ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਸਰੀ ਦੇ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਿਆ ਤੇ ਚੋਣਾਂ ਦੇ ਮੈਦਾਨ ਦੇ ਵਿੱਚ ਵੱਖ-ਵੱਖ ਧਿਰਾਂ ਆ ਰਹੀਆਂ ਨੇ। ਡਗ ਮੈਕਲਨ, ਬ੍ਰੈਂਡਾ ਲੌਕੀ, ਉਹਨਾਂ ਤੋਂ ਬਾਅਦ ਜਿਨੀ ਸਿਮਸ ਤੇ ਹੁਣ ਸੁਖ ਧਾਲੀਵਾਲ। ਪੰਜਾਬੀ ਮੂਲ ਦੇ ਜਿਨੀ ਸਿਮਸ ਤੇ ਸੁਖ ਧਾਲੀਵਾਲ ਦੋਨੇ ਮੈਦਾਨ ਦੇ ਵਿੱਚ ਨੇ। ਹੁਣ ਦੋਨਾਂ ਤੋਂ ਜਾਣਦੇ ਆ ਕਿ ਸਰੀ ਦੇ ਵਿੱਚ ਕੀ ਕੁਝ ਉਹ ਕੰਮ ਕਰਨਗੇ ਜੇ ਉਹ ਮੇਅਰ ਬਣਦੇ ਆ ਤੇ ਲੋਕ ਕਿਹੜੇ ਦੇ ਫਤਵਾ ਦੇਣਗੇ। ਉਹ ਤਾਂ ਲੋਕਾਂ ਤੇ ਡਿਪੈਂਡ ਕਰਦਾ, ਪਰ ਲੋਕਾਂ ਨੇ ਦੇਖਣਾ ਪਲੇਟਫਾਰਮ ਤੇ ਫਿਰ ਦੇਖਣਾ ਕਿ ਸਰੀ ਦੇ ਲਈ ਕੰਮ ਕੌਣ ਕਰੇਗਾ। ਫਿਰ ਅਸੀਂ ਦੇਖਣਾ ਕਿ ਹਿਸਟਰੀ ਕੀ ਰਹੀ ਹੈ, ਕਿਹਨੇ ਕੰਮ ਕੀਤੇ ਹੈ ਤੇ ਦੋਨੇ ਹੀ ਦਮਦਾਰ ਸ਼ਖਸੀਅਤਾਂ ਨੇ। ਆਓ ਦੋਨਾਂ ਤੋਂ ਜਾਣਦੇ ਹਾਂ ਕੀ ਸੋਚਦੇ ਨੇ ਉਹ ਸਰੀ ਦੇ ਬਾਰੇ। ਸਰੀ ਦੇ ਵਿੱਚ ਮਿਊਨਿਸਪਲ ਚੋਣਾਂ ਦਾ ਬਿਗਲ ਵੱਜ ਚੁੱਕਿਆ। ਹੌਲੀ ਕਰਕੇ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨਿੱਤਰ ਰਹੀਆਂ ਨੇ। ਉਹਨਾਂ ਦੇ ਵਿੱਚੋਂ ਕੱਲ੍ਹ ਹੀ ਅਸੀਂ ਦੇਖਿਆ ਕਿ MP ਸੁਖ ਧਾਲੀਵਾਲ ਹੁਣ ਮੇਅਰ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਆ ਰਹੇ ਹੈਗੇ ਨੇ। ਹੁਣ MP ਇਹਨਾਂ ਨੂੰ ਕਹਿਣਾ ਠਹਿਰ ਕੇ ਕਵਾਂਗੇ, ਪਰ ਹੁਣ ਕਵਾਂਗੇ ਕਿ ਮੇਅਰ ਕੈਂਡੀਡੇਟ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਆਏ ਨੇ। ਕੀ ਕੁਝ ਕਰਨਗੇ ਸਰੀ ਦੇ ਲਈ, ਆਓ ਜਾਣਦੇ ਹਾਂ। ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਸਮਾਂ ਦੇਣ ਦੇ ਲਈ। ਧੰਨਵਾਦ ਅਰਸ਼। ਧੰਨਵਾਦ ਤੁਸੀਂ ਜਿਹੜਾ ਮੈਂਸ਼ਨ ਕੀਤਾ। ਕੱਲ੍ਹ ਮੌਕਾ ਮਿਲਿਆ ਨਵੀਂ ਪਾਰਟੀ ਯੂਨਾਈਟਿਡ ਸਰੀ ਔਰ ਯੂਨਾਈਟਿਡ ਸਰੀ ਦੀ ਟੀਮ ਜਿਹੜੀ ਹੈ, ਜਿਹਦੇ ਵਿੱਚ ਮੇਅਰ ਕੈਂਡੀਡੇਟ ਮੈਂ ਸੁਖ ਧਾਲੀਵਾਲ ਔਰ ਨਾਲ ਹੀ ਜਿਹੜੇ ਹੈਗੇ ਨੇ ਜਸਵੀਰ ਸੰਧੂ ਸਾਡੇ ਕੌਂਸਲ ਦੇ ਲਈ, ਜੂਲੀ ਟੈਪਲੀ, ਜੈਫ ਬ੍ਰਿਜ ਤੇ ਬੈਕੀ ਯੂ ਜਿਹੜੇ ਨੇ, 4 ਕੈਂਡੀਡੇਟਸ ਅਸੀਂ ਕੱਲ੍ਹ ਕੌਂਸਲ ਦੇ ਅਨਾਊਂਸ ਕੀਤੇ ਆ। ਔਰ ਨਾਲ ਹੀ 4 ਨੁਕਾਤੀ ਪ੍ਰੋਗਰਾਮ ਜਿਹੜਾ ਵਾ ਉਹ ਅਨਾਊਂਸ ਕੀਤਾ ਕੱਲ੍ਹ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੂਸਰੇ 4 ਕੈਂਡੀਡੇਟ ਆ ਉਹ ਸਮਰ ਦੇ ਵਿੱਚ ਉਹ ਵੀ ਅਨਾਊਂਸ ਕਰਾਂਗੇ ਔਰ ਡਿਟੇਲਡ ਪਲੈਟਫਾਰਮ ਜਿਹੜਾ ਪਾਰਟੀ ਦਾ ਉਹ ਵੀ ਲੈ ਕੇ ਆਵਾਂਗੇ। ਪਰ ਇਨੀਸ਼ਲੀ ਜਿਹੜਾ ਸੀਗਾ ਮੇਨ ਫੋਕਸ ਜਿਹੜਾ ਹੈਗਾ ਸੀਗਾ ਉਹ ਇਹ ਸੀਗਾ ਵੀ ਆਮ ਸਧਾਰਨ ਬੰਦੇ ਦੀ ਆਵਾਜ਼ ਜਿਹੜੀ ਆ ਉਹ ਸਿਟੀ ਹਾਲ 'ਚ ਲੈ ਕੇ ਜਾਣੀ, ਗੁੰਡਾਗਰਦੀ ਬੰਦ ਕਰਨੀ ਔਰ ਜਿਹੜੀ ਇੰਟੈਗਰਿਟੀ ਆ ਸਿਟੀ ਹਾਲ 'ਚ ਬਹਾਲ ਕਰਨੀ ਜਿਹੜੀ ਹੈਗੀ ਆ, ਉਹ ਫੋਕਸ ਲੈ ਕੇ ਜਿਹੜਾ ਸੀਗਾ ਅਸੀਂ ਟੀਮ ਜਿਹੜੀ ਆ ਉਹ ਆਈ ਹੈਗੀ ਆ। ਜੀ ਧਾਲੀਵਾਲ ਸਾਹਿਬ, ਅਸੀਂ ਦੇਖਿਆ ਕਿ ਐਡਮਿੰਟਨ ਦੇ ਵਿੱਚ ਵੀ ਸੋਹੀ ਸਾਹਿਬ ਪਹਿਲਾਂ ਉਹ MP ਰਹੇ ਹੈਗੇ ਤੇ ਬਾਅਦ ਵਿੱਚ ਹਾਰਨ ਤੋਂ ਬਾਅਦ ਉਹ ਆਏ ਹੈਗੇ ਆ ਮੇਅਰ ਦੇ ਤੌਰ ਦੇ ਉੱਤੇ ਮੈਦਾਨ 'ਚ ਆਏ ਤੇ ਜਿੱਤ ਵੀ ਗਏ। ਪਰ ਤੁਸੀਂ ਐਜ਼ MP ਰਹਿੰਦਿਆਂ ਹੋਇਆ ਇਹ ਡਿਸੀਜਨ ਲਿਆ ਹੈਗਾ ਕਿ MP ਤਾਂ ਹੈਗੇ ਹੀ ਹੋ, ਪਰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਹੋਣਾ ਕਿ MP ਦੇ ਤੌਰ ਦੇ ਉੱਤੇ ਵਧੀਆ ਸੀ। ਕਿਉਂ ਮਿਊਨਿਸਪਲ ਲੈਵਲ ਦੇ ਉੱਤੇ ਆਏ ਆ? ਕਿਉਂਕਿ ਲੋਕ ਕਈ ਵਾਰੀ ਮਿਊਨਿਸਪਲ ਲੈਵਲ ਦੇ ਉੱਤੇ ਜਾਂਦੇ ਨੇ, ਫਿਰ ਪ੍ਰੋਵਿੰਸ਼ੀਅਲ ਤੇ ਫਿਰ ਫੈਡਰਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ। ਉੱਤੋਂ ਉਤਲੇ ਲੈਵਲ ਤੋਂ ਮਿਊਨਿਸਪਲ ਲੈਵਲ ਦੇ ਵਿੱਚ ਆਉਣ ਦਾ ਕਾਰਨ ਕੀ ਰਿਹਾ ਤੁਹਾਡਾ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਸਾਰੀਆਂ ਆਰਡਰਸ ਆਫ ਗਵਰਨਮੈਂਟ ਇੰਪੋਰਟੈਂਟ ਹੈਗੀਆਂ। ਸਰੀ ਮੇਰੇ ਲਈ ਪਹਿਲਾਂ ਹੀ ਬੜੀ ਵੱਡੀ ਪ੍ਰਾਇੋਰਟੀ ਰਹੀ ਅਰਸ਼। ਚਾਹੇ ਮੈਂ ਆਟਵਾ ਦੇ ਵਿੱਚ ਇਲੈਕਟਡ ਮੈਂਬਰ ਆਫ ਪਾਰਲੀਮੈਂਟ ਸੀ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਰੀ ਦੇ ਵਿੱਚ ਜੇ ਇਸ ਵੇਲੇ ਮੋਸਟ ਐਕਸੈਸੀਬਲ ਕੋਈ ਚੁਣਿਆ ਹੋਇਆ ਨੁਮਾਇੰਦਾ ਸੀ ਤਾਂ ਉਹ ਸੁਖ ਧਾਲੀਵਾਲ। ਸਾਡਾ ਆਫਿਸ 24/7 ਮੈਂ ਜਿਹੜਾ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਾ ਔਰ ਸਰੀ ਦੇ ਵਿੱਚ ਪਹਿਲੀ ਪ੍ਰਾਇੋਰਟੀ ਦਿੱਤੀ ਆਪਦੇ ਕੰਸਟੀਚੁਐਂਟਸ ਨੂੰ। ਕੋਈ ਵੀ ਇਨਸਾਨ ਚਾਹੇ ਉਹ ਕਿਸੇ ਪਾਰਟੀ 'ਚ ਬਿਲੋਂਗ ਕਰਦਾ ਹੋਵੇ, ਮੇਰੀ ਸਪੋਰਟ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਕੰਸਟੀਚੁਐਂਸੀ 'ਚ ਰਹਿੰਦਾ ਹੋਵੇ ਜਾਂ ਨਾ ਰਹਿੰਦਾ, ਉਹਨਾਂ ਦੀ ਸੇਵਾ 'ਚ ਤਤਪਰ ਸੀ। ਔਰ ਹੁਣ ਜਦੋਂ ਦੇਖਦੇ ਸੀਗੇ ਕਿ ਸਰੀ ਦੇ ਵਿੱਚ ਇੰਨਾ ਗੰਦ ਪੈ ਚੁੱਕਿਆ ਸੀ ਕਿ ਮੇਅਰ ਐਂਡ ਕਾਉਂਸਲ ਇੰਨੀ ਡਿਵਾਈਡਡ ਹੈਗੀ ਆ ਇਸ ਵੇਲੇ ਐਂਡ ਇੰਨੀ ਪਾਰਟੀਜਨਸ਼ਿਪ ਹੈਗੀ, ਐਨਮੋਸਟੀ ਵੱਧ ਚੁੱਕੀ ਆ, ਇੰਟੈਗਰਿਟੀ ਖਤਮ ਹੋ ਚੁੱਕੀ ਆ ਸਿਸਟਮ ਦੀ, ਉਸ ਨੂੰ ਮੱਦੇਨਜ਼ਰ ਰੱਖਦੇ ਆ। ਕਿਉਂਕਿ ਸਰੀ ਜਿਹੜੀ ਹੈਗੀ ਆ ਇਹ ਮੇਰੇ ਲਈ, ਮੇਰਾ ਘਰ, ਮੇਰੇ ਬੱਚਿਆਂ ਦਾ ਵੀ ਇੱਥੇ, ਮੇਰੇ ਪੇਰੈਂਟਸ ਦਾ ਵੀ, ਮੇਰੇ ਬਿਜ਼ਨਸ ਦਾ ਵੀ। ਔਰ ਤਾਂ ਜਿਹੜਾ ਹੈਗਾ ਮੈਂ ਇਹ ਮਨ ਬਣਾਇਆ ਕਿ ਇਹਨਾਂ ਦੇ ਨਾਲ ਜਿਹੜਾ ਹੈ, ਕਿਉਂਕਿ 3-4 ਮਹੀਨੇ ਮੈਨੂੰ ਲੱਗ ਗਿਆ, 6 ਮਹੀਨੇ ਮਨ ਬਣਾਉਂਦਾ, ਕਿਉਂਕਿ ਬਥੇਰੀ ਗੁੰਡਾਗਰਦੀ ਇਹਨਾਂ ਮੇਰੇ ਨਾਲ ਵੀ ਕੀਤੀ, ਉਹ ਗੁੰਡਾਗਰਦੀ ਹਜੇ ਵੀ ਕਰ ਰਹੇ ਆ। ਉਹ ਸਿਰਫ ਇਸ ਲਈ ਸੀ ਵੀ ਸੁਖ ਧਾਲੀਵਾਲ ਨੂੰ ਰੋਕੀਏ ਵੀ ਇਹ ਨਾ ਕਿਤੇ ਜਿਹੜਾ ਰੇਸ ਦੇ ਵਿੱਚ ਆਵੇ, ਕਿਉਂਕਿ ਇੱਕੋ ਹੀ ਆਉਣ ਦਾ ਮਨੋਰਥ ਹੈਗਾ। ਆਮ ਸਧਾਰਨ ਬੰਦੇ ਦੀ ਆਵਾਜ਼ ਜਿਹੜੀ ਆ ਉਹ ਸਿਟੀ ਹਾਲ ਪਹੁੰਚੂਗੀ, ਨਾ ਕਿ ਚੰਦਕ ਬੰਦੇ ਜਿਹੜੇ ਇਸ ਵੇਲੇ ਸਿਟੀ ਨੂੰ ਕੰਟਰੋਲ ਕਰ ਰਹੇ ਆ ਉਹਨਾਂ ਦੀ ਆਵਾਜ਼ ਉੱਥੇ ਜਾਵੇ। ਬਿਲਕੁਲ, ਤੁਸੀਂ ਸ਼ਬਦ ਯੂਜ਼ ਕੀਤਾ ਗੁੰਡਾਗਰਦੀ। ਹੁਣ ਤੁਹਾਨੂੰ ਕੀ ਲੱਗਦਾ ਕਿ ਸਿਟੀ ਹਾਲ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇਹ ਮਾਹੌਲ ਜਿਹੜਾ ਉਹ ਬਣਦਾ ਆ ਰਿਹਾ ਹੈਗਾ? ਸਿਟੀ ਹਾਲ ਦੇ ਵਿੱਚ ਵੀ ਕੰਮ ਕਰਨ ਵਾਲਾ, ਇੱਕ ਟਰਾਂਸਪੇਰੈਂਸੀ ਲਿਆਉਣ ਵਾਲੀ। ਬਿਲਕੁਲ ਤੁਸੀਂ ਸਹੀ ਕਿਹਾ। ਔਰ ਇਨਫੈਕਟ ਮੈਂ ਨਹੀਂ ਕਹਿੰਦਾ, ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ, ਹਰ ਇੱਕ ਇਨਸਾਨ ਜਿਹੜਾ ਮੇਰੇ ਕੋਲ ਚੱਲ ਕੇ ਆਇਆ ਉਹ ਇੱਕੋ ਹੀ ਗੱਲ ਕਰ ਰਿਹਾ ਵੀ ਆਮ ਸਧਾਰਨ ਬੰਦੇ ਦੀ ਆਵਾਜ਼ ਉੱਥੇ ਨਹੀਂ ਸੁਣੀ ਜਾ ਰਹੀ। ਸਿਰਫ ਚੰਦ ਕੁ ਲੋਕ ਹੈਗੇ ਨੇ, ਮੁੱਠੀ ਭਰ ਲੋਕ, ਜਿਨ੍ਹਾਂ ਦੀ ਗੱਲ ਜਿਹੜੀ ਹੈ ਇਸ ਵੇਲੇ ਸੁਣੀ, ਉਹ ਗੱਲ ਹੀ ਨਹੀਂ ਸੁਣੀ ਜਾਂਦੀ। ਉਹ ਇਨਫੈਕਟ ਜਿਹੜਾ ਤੁਸੀਂ ਗੁੰਡਾਗਰਦੀ ਵਾਲਾ ਲਫ਼ਜ਼, ਉਹ ਜਾ ਕੇ ਕਹਿੰਦੇ ਨੇ, ਪ੍ਰੋਜੈਕਟਸ ਰੋਕਦੇ ਨੇ ਵੀ ਸਾਡਾ ਆਹ ਪ੍ਰੋਜੈਕਟ ਜਿਹੜਾ ਥਰੂ ਜਾਊਗਾ, ਆਹ ਨਹੀਂ ਜਾਊਗਾ। ਇਹ ਜਿਹੜਾ ਕੰਮ ਆ ਇਹ ਉੱਥੇ ਆ ਚੁੱਕਿਆ ਹੁਣ ਇਸ ਵੇਲੇ, ਇਹ ਖਤਮ ਕਰਨਾ ਪੈਣਾ। ਔਰ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਦੀ ਗੱਲ ਅੱਜ ਤਾਈਂ ਦੱਸਿਆ ਹੀ ਨਹੀਂ ਕਿਸੇ ਗੱਲ 'ਤੇ। ਚਾਹੇ ਤੁਸੀਂ ਉਹ ਪੁਲਿਸਿੰਗ ਦਾ ਇਸ਼ੂ ਲਾ ਲਓ, ਚਾਹੇ ਇਨਫਰਾਸਟਰਕਚਰ ਦਾ ਲਾ ਲਓ, ਅੱਜ ਤਾਈਂ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਹੈਗੀ ਆ ਅਕਾਊਂਟੇਬਿਲਿਟੀ ਐਂਡ ਟਰਾਂਸਪੇਰੈਂਸੀ ਜਿਹੜੀ ਸਿਟੀ ਹਾਲ 'ਚੋਂ ਉਹ ਖਤਮ ਹੋ ਚੁੱਕੀ ਆ। ਉਸ ਨੂੰ ਬਹਾਲ ਕਰਨ ਲਈ, ਇੰਟੈਗਰਿਟੀ ਬਹਾਲ ਕਰਨ ਲਈ ਜਿਹੜੀ ਟੀਮ ਹੈਗੀ ਇਸ ਵੇਲੇ ਯੂਨਾਈਟਿਡ ਸਰੀ ਦੀ, ਉਹ ਲੈ ਕੇ ਆਏ, ਜਿਹਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬਹੁਤ ਟੈਲੈਂਟਡ ਕੈਂਡੀਡੇਟਸ ਅਸੀਂ ਪਿਕ ਕੀਤੇ ਆ ਔਰ ਡਿਫਰੈਂਟ ਪਾਰਟੀਜ਼ ਤੋਂ। ਦੇਖੋ, ਜਸਵੀਰ ਸੰਧੂ NDP ਦੇ ਸੀਗੇ,
ਜੈਪਰਿਜ ਕੰਜ਼ਰਵੇਟਿਵ ਪਾਰਟੀ ਨਾਲ ਸਾਰੀ ਉਮਰ ਜੁੜੇ ਰਹੇ। ਸੋ ਇਹੀ ਚੀਜ਼ ਹੈਗੀ, ਇਹ ਚੀਜ਼ ਦੱਸਦੀ ਹੈਗੀ ਕਿ ਅਸੀਂ ਡਿਫਰੈਂਟ, ਸਾਡਾ ਪੋਲੀਟੀਕਲ ਸਪੈਕਟਰਮ ਸਾਡਾ ਡਿਫਰੈਂਟ ਹੋ ਸਕਦਾ, ਪੋਲੀਟੀਕਲ ਸੋਚ ਸਾਡੀ ਡਿਫਰੈਂਟ ਹੋ ਸਕਦੀ, ਪਰ ਸਰੀ ਦੇ ਲੋਕਾਂ ਨੂੰ ਸਰਵ ਕਰਨਾ ਤਾਂ ਸਾਡਾ ਕੰਮ ਇਕੱਠਿਆਂ ਦਾ ਨਾ। ਡਜ਼ ਨਾਟ ਮੈਟਰ ਕਿਹੜੀ ਸਾਈਡ ਤੇ ਤੁਸੀਂ ਕਾਉਂਸਲ ਦੇ ਚੁਣੇ ਜਾਂਦੇ ਹੋ, ਤੁਸੀਂ ਮੇਅਰ ਐਂਡ ਕਾਉਂਸਲ ਹਰੇਕ ਦੀ ਇੱਕੋ ਹੀ ਵੋਟ ਹੈ ਇੱਥੇ। ਸਰੀ ਦੇ ਵਿੱਚ ਇਹ ਨਹੀਂ ਹੈਗਾ ਵੀ ਜੀ ਮੇਅਰ ਚੁਣਿਆ ਗਿਆ ਤਾਂ ਸਾਰਾ ਕੰਮ ਉਹਦਾ ਹੀ ਆ, ਇਹ ਨਹੀਂ। ਇਨਫੈਕਟ ਮੇਅਰ ਐਂਡ ਕਾਉਂਸਲ ਦੀ ਹਰੇਕ ਦੀ ਇੱਕੋ ਹੀ ਵੋਟ ਹੈਗੀ ਆ। ਉਹ ਇੱਕ ਵੋਟ ਦੇ ਦੇਖ ਕੇ ਸਾਨੂੰ ਚਾਹੀਦਾ ਕਿ ਕਿਸੇ ਵੀ ਪਾਰਟੀ ਦਾ ਕਾਉਂਸਲਰ ਜਾਂ ਮੇਅਰ ਚੁਣਿਆ ਜਾਂਦਾ ਤਾਂ ਸਾਨੂੰ ਰਲ ਕੇ ਕੰਮ ਜਿਹੜਾ ਵਾ ਉਹ ਕਰਨਾ ਚਾਹੀਦਾ। ਇਸੇ ਕਰਕੇ ਜਿਹੜੀ ਆ ਟੀਮ ਲੈ ਕੇ ਆਂਦੀ ਯੂਨਾਈਟਿਡ ਸਰੀ, ਮਕਸਦ ਹੀ ਇਹ ਹੈਗਾ ਕਿ ਅਸੀਂ ਸਾਰੇ ਸਰੀ ਨੂੰ ਯੂਨਾਈਟ ਕਰਨਾ। ਇਹਨਾਂ ਨੇ ਜਿਹੜਾ ਪਿੱਛੇ ਪੋਲੀਟੀਕਲ ਫੁੱਟਬਾਲ ਬਣਾ ਕੇ ਪੁਲਿਸਿੰਗ ਇਸ਼ੂ ਨੂੰ, ਕਮਿਊਨਿਟੀ ਨੂੰ ਡਿਵਾਈਡ ਕੀਤਾ, ਔਰ ਮੋਟੋ ਵੀ ਇਹੀ ਰੱਖਿਆ, ਵੀ ਆਰ ਸਟਰੋਂਗਰ ਟੂਗੈਦਰ। ਤਾਂ ਹੀ ਅਸੀਂ ਜਿਹੜੇ ਆ ਉਹ ਸਟਰੋਂਗ ਹੋ ਸਕਦੇ ਹਾਂ, ਮਜ਼ਬੂਤ ਹੋ ਸਕਦੇ ਹਾਂ, ਜੇ ਅਸੀਂ ਇਕੱਠੇ ਰਲ ਕੇ ਜਿਹੜਾ ਵਾ ਕੰਮ ਕਰੀਏ ਔਰ ਚੱਲੀਏ। ਔਰ ਉਹ ਪਿੱਛੇ ਮੈਂ ਹਮੇਸ਼ਾ ਪ੍ਰੂਵ ਕੀਤਾ ਡਿਫਰੈਂਟ ਪਾਰਟੀਜ਼ ਦੇ ਨਾਲ, ਡਿਫਰੈਂਟ ਆਰਡਰਸ ਆਫ ਗਵਰਨਮੈਂਟ ਦੇ ਨਾਲ ਜਦੋਂ ਲੋੜ ਪਈ। ਈਵਨ ਮੇਅਰ ਮੁਕੱਲਮ ਨੂੰ ਵੀ ਜਦੋਂ ਲੋੜ ਪਈ ਆ ਤਾਂ ਸੁਖ ਧਾਲੀਵਾਲ ਨੇ ਉੱਥੇ ਜਾ ਕੇ ਸਾਰੀ ਆਵਾਜ਼ ਉਠਾ ਕੇ ਜਿਹੜੇ ਬਣਦੇ ਪੈਸੇ ਆ ਟ੍ਰਾਂਜਿਟ ਲਈ ਚਾਹੀਦੇ ਆ, ਚਾਹੇ ਇਨਫਰਾਸਟ੍ਰਕਚਰ ਲਈ ਚਾਹੀਦੇ ਆ, ਉਹ ਇਹਨਾਂ ਨੂੰ ਲਿਆ ਕੇ ਜਿਹੜੇ ਆ ਉਹ ਦਿੱਤੇ। ਧਾਲੀਵਾਲ ਸਾਹਿਬ, ਇੱਕ ਹੋਰ ਗੱਲ, ਜਦੋਂ ਅਸੀਂ ਦੇਖ ਰਹੇ ਹਾਂ ਕਿ ਆਉਣ ਵਾਲਾ ਹਜੇ 15 ਅਕਤੂਬਰ ਦੂਰ ਹੈਗੀ ਆ, ਜੇ ਹੋਰ ਬਹੁਤ ਸਾਰੀਆਂ ਅਨਾਉਂਸਮੈਂਟਸ ਤੁਹਾਡੇ ਦੁਆਰਾ ਕੀਤੀਆਂ ਜਾਣੀਆਂ ਨੇ, ਪਰ ਇਸ ਵੇਲੇ ਸਰੀ ਦੇ ਮੈਦਾਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਡਗ ਮਕਲਨ ਦੀ ਟੀਮ ਹੈ, ਬ੍ਰੈਂਡਾ ਲੌਕੀ ਦੀ ਟੀਮ ਹੈ, ਤੇ ਉਧਰ ਜਿਨੀ ਸਿਮਜ਼ ਉਹ ਵੀ ਮੈਦਾਨ ਦੇ ਵਿੱਚ ਹੈਗੇ ਨੇ। ਕੰਪੀਟੀਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਆ? ਤੇ ਇੱਕ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਨੇ ਕਿ ਵੋਟ ਡਿਵਾਈਡ ਹੋਣ ਦਾ ਡਰ ਹੈਗਾ, ਕਿਉਂਕਿ ਜਿਨੀ ਸਿਮਜ਼ ਉਧਰੋਂ ਮੈਦਾਨ ਦੇ ਵਿੱਚ ਨੇ, ਉਧਰੋਂ ਤੁਸੀਂ ਮੈਦਾਨ ਦੇ ਵਿੱਚ। ਗੱਲ ਇੱਕ ਵੋਟ ਡਿਵਾਈਡ ਨਹੀਂ, ਲੋਕ ਭਾਂਤ ਜਾਣੂ ਨੇ ਵੀ ਕਿਹੜਾ ਇਸ ਵੇਲੇ ਜਿਹੜਾ ਟੀਮ ਹੈਗੀ ਆ। ਇਸ ਵੇਲੇ ਯੂਨਾਈਟਿਡ ਸਰੀ ਜਿਹੜੀ ਹੈਗੀ, ਅਸੀਂ ਆਪਣਾ 4 ਨਿਕਾਤੀ ਪ੍ਰੋਗਰਾਮ ਵੀ ਲੈ ਕੇ ਆਂਦਾ ਔਰ ਪਲੇਟਫਾਰਮ ਵੀ ਲੈ ਕੇ ਆਵਾਂਗੇ। ਲੋਕ ਸਿਆਣੇ ਨੇ, ਲੋਕਾਂ ਨੇ ਦੇਖਿਆ ਹੋਇਆ ਵੀ ਕਿਹਨੂੰ, ਦੇਖੋ 4 ਦੇ 5 ਵੀ ਹੋ ਜਾਣੇ, ਹੋ ਸਕਦਾ 6 ਵੀ ਹੋ ਜਾਣ, ਕੱਲ੍ਹ ਨੂੰ 7 ਵੀ ਹੋ ਜਾਣ। ਮੈਂ ਤਾਂ ਕਹਿੰਦਾ ਵੈਲਕਮ ਕਰਦਾ ਵੀ ਜਿੰਨਾ ਵੱਡਾ ਸਪੈਕਟਰਮ ਹੋਊਗਾ ਉਹ ਆਪੋ ਆਪਣੀ ਵਿਜ਼ਨ ਜਿਹੜੀ ਹੈਗੀ, ਜੇ ਕੋਈ ਹੈਗੀ ਉਹਨਾਂ ਦੀ, ਜਾਂ ਆਪੋ ਆਪਣਾ ਪਲੇਟਫਾਰਮ ਲੈ ਕੇ ਆਉਣਗੇ, ਤਾਂ ਫਿਰ ਇਹ ਤਾਂ ਲੋਕਾਂ 'ਤੇ ਡਿਪੈਂਡ ਕਰਦਾ, ਨਿਰਭਰ ਕਰਦਾ ਵੀ ਉਹਨਾਂ ਨੇ ਕਿਹੜਾ ਮੇਅਰ ਚੁਣ ਕੇ ਭੇਜਣਾ ਜਿਹੜਾ ਇੱਥੇ ਸਿਟੀ ਹਾਲ 'ਚ ਇੰਟੈਗ੍ਰਿਟੀ ਬਹਾਲ ਕਰ ਸਕੇ ਔਰ ਇੱਕ ਗੁੰਡਾਗਰਦੀ ਦੇ ਖਿਲਾਫ ਖੜਾ ਹੋਣ ਦੀ ਜਿਹੜੀ ਆ ਉਹ ਜ਼ਰੂਰਤ ਰੱਖਦਾ ਹੋਵੇ, ਪਾਵਰ ਰੱਖਦਾ ਹੋਵੇ, ਉਹਨਾਂ ਦੇ ਨਾਲ ਮੱਥਾ ਲੈ ਸਕਦਾ ਹੋਵੇ, ਔਰ ਜਿਹੜੀ ਇੱਥੇ ਟਰਾਂਸਪੇਰੈਂਸੀ ਤੇ ਅਕਾਊਂਟੇਬਿਲਟੀ ਖਤਮ ਹੋਈ ਆ ਉਹਨੂੰ ਬਹਾਲ ਕਰ ਸਕਦਾ ਹੋਵੇ। ਉਹਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਯੂਨਾਈਟਿਡ ਸਰੀ ਦੀ ਟੀਮ, ਜਿਹਦੇ ਵਿੱਚ ਸੁਖ ਧਾਲੀਵਾਲ ਮੇਅਰਲ ਕੈਂਡੀਡੇਟ, ਇਸ ਵੇਲੇ ਜਸਵੀਰ ਸੰਧੂ, ਜੂਲੀ ਟੈਪਲੀ, ਬੈਕੀ ਯੂ, ਜੈਪਰਿਜ, ਇਹ ਹੁਣ ਇਨੀਸ਼ੀਅਲ ਟੀਮ ਜਿਹੜੀ ਸਾਡੀ ਆ ਉਹ ਤਿਆਰ ਆ। ਅਸੀਂ ਸਾਰੇ ਇਸ ਮੁੱਦੇ ਤੇ ਹੈਗੇ ਆ, ਤਾਂ ਹੀ ਜਿਹੜੇ 4 ਨਿਕਾਤੀ ਪ੍ਰੋਗਰਾਮ ਲਿਆਂਦਾ ਕਿ ਟੈਕਸ, ਹੁਣ ਅਸੀਂ ਲੋਕਾਂ ਨਾਲ ਗੱਲ ਕਰਦੇ, ਲੋਕਾਂ ਨੂੰ ਔਖਾ ਹੋਇਆ ਪਿਆ, ਅਸੀਂ ਕਹਿੰਦੇ ਜੀ ਅਸੀਂ ਟੈਕਸ ਨਹੀਂ ਵਧਾਏ, ਲੋਕਾਂ ਦਾ ਤਾਂ ਨਕਸ਼ਦਮ ਹੋਇਆ ਪਿਆ ਵਾ। ਉਹਨੂੰ ਇਹ ਆ ਕਿ ਆਮ ਬੰਦੇ ਨੂੰ ਇਸ ਵੇਲੇ ਜਦੋਂ ਅਸੀਂ ਇਕਨੋਮਿਕ ਅਨਸਰਟਨਟੀ 'ਚੋਂ ਨਿਕਲ ਰਹੇ ਹਾਂ ਅਰਸ਼, ਲੋਕਾਂ ਨੂੰ ਲੋੜ ਆ ਲਿਟਲ ਬਿਟ ਆਫ ਹੈਲਪ ਜਿਹੜੀ ਉਹਨਾਂ ਦੇ। ਆਪਾਂ ਇਹ ਨਾ ਦੇਖੋ ਵੀ ਜਿਹੜੇ ਅਮੀਰ ਬੰਦੇ, ਆਪਾਂ ਆਮ ਸਧਾਰਨ ਬੰਦੇ ਦਾ ਦੇਖੋ ਵੀ ਉਹਨਾਂ ਲਈ ਜਿਹੜਾ ਵਾ $100 ਕੱਢਣਾ ਵੀ ਔਖਾ ਹੋਇਆ ਪਿਆ ਇਸ ਵੇਲੇ ਮਹੀਨੇ ਦਾ। ਉਹਨਾਂ ਦੇ ਲਈ ਜਿਹੜੇ ਹੈਗੇ, ਤਾਂ ਹੀ ਅਸੀਂ ਕਿਹਾ ਵੀ ਜਿਹੜਾ ਪਹਿਲੇ ਸਾਲ ਅਸੀਂ ਟੈਕਸ ਫਰੀਜ਼ ਕਰਾਂਗੇ, ਉਦੋਂ ਬਾਅਦ ਜਿਹੜਾ ਵਾ ਉਹ ਫਿਰ ਸਾਲ ਬਾਈ ਸਾਲ ਅਸੀਂ ਦੇਖਦੇ ਹੈਗੇ ਹਾਂ। ਔਰ ਨਾਲ ਹੀ ਅਸੀਂ ਕਿਹਾ ਵੀ ਆਪਣੀ ਟਰਮ ਦੇ ਦੌਰਾਨ 4 ਸਾਲਾਂ 'ਚ ਇੱਕ ਇਹਨਾਂ ਨੇ ਹਿਡਨ ਟੈਕਸ ਲਾਇਆ ਸੀ ਪਿਛਲੀ ਮੇਅਰ ਐਂਡ ਕਾਉਂਸਲ ਨੇ, $300, ਉਹਨੂੰ ਅਸੀਂ ਰਿਵਰਟ ਕਰਕੇ ਬੈਕ, ਜਿਹੜਾ ਉਦੋਂ ਪਹਿਲਾਂ $100 ਹੁੰਦਾ ਸੀ, ਉਸ 'ਤੇ ਲੈ ਕੇ ਆਵਾਂਗੇ। ਇਹ ਦੋਏ ਹੋ ਗਈਆਂ। ਔਰ ਪਰਮਿਟ ਪ੍ਰੋਸੈਸ ਦੀ ਗੱਲ ਚੱਲਦੀ ਹੈ। ਜੇ ਅਸੀਂ ਅਫੋਰਡੇਬਿਲਟੀ ਦੀ ਗੱਲ ਕਰੀਏ, ਸਿਟੀ ਕੈਨ ਬੀ ਏ ਫੋਰਸ ਆਫ ਗੁੱਡ, ਸਿਟੀ ਵੀ ਹੈਲਪ ਕਰ ਸਕਦੀ ਆ। ਔਰ ਉਹਦੇ ਵਿੱਚ ਇਸ ਵੇਲੇ ਇਨਵੈਂਟੋਰੀ ਸਾਡੇ ਹੈ ਨਹੀਂ ਗੀ, ਕਿਉਂਕਿ ਪਰਮਿਟ ਨਹੀਂ ਨਿਕਲ ਰਹੇ। ਸਟਾਫ ਸਾਡੇ ਦੀ, ਮੈਂ ਧੰਨਵਾਦ ਕਰਦਾ ਕਿ ਸਿਟੀ ਦੀ ਸਟਾਫ ਜਿਹੜਾ ਉਹ ਬੜੀ ਮਿਹਨਤ ਕਰ ਰਿਹਾ, ਪਰ ਮੇਅਰ ਐਂਡ ਕਾਉਂਸਲ ਨੂੰ ਉਹ ਸਾਨੂੰ ਜਿਹੜੀ ਆ ਉਹ ਮਾਹੌਲ ਕ੍ਰੀਏਟ ਕਰਨਾ ਪੈਣਾ, ਜਿਹੜੀਆਂ ਨਵੀਆਂ ਬਣਦੀਆਂ ਨੌਕਰੀਆਂ ਚਾਹੀਦੀਆਂ ਨੇ ਉਹ ਦੇਣੀਆਂ ਪੈਣੀਆਂ, ਤਾਂ ਕਿ ਅਸੀਂ ਪ੍ਰੋਵਿੰਸ਼ੀਅਲ ਐਂਡ ਫੈਡਰਲ ਗਵਰਨਮੈਂਟ ਦੀ ਹੈਲਪ ਵੀ ਲੈ ਸਕੇ। ਫੈਡਰਲ ਗਵਰਨਮੈਂਟ ਨੇ ਪ੍ਰੋਗਰਾਮ ਲਿਆਂਦਾ ਵੀ $4 ਬਿਲੀਅਨ ਅਸੀਂ ਇਨਵੈਸਟ ਕਰਾਂਗੇ ਜੇ ਸਿਟੀ ਜਿਹੜੀਆਂ ਆਪਣੇ ਪਰਮਿਟ ਪ੍ਰੋਸੈਸ ਆ ਉਹਨੂੰ ਤੇਜ਼ ਕਰਦੀਆਂ। ਅਸੀਂ ਆਪਣੇ 4 ਨਿਕਾਤੀ ਪ੍ਰੋਗਰਾਮ 'ਚ ਤੀਜਾ ਜਿਹੜਾ ਪ੍ਰੋਗਰਾਮ ਆ ਉਹ ਇਹ ਹੈਗਾ ਕਿ ਅਸੀਂ 2 ਸਾਲਾਂ ਦੇ ਵਿੱਚ ਸਿਟੀ ਆਫ ਸਰੀ ਦੀ ਜਿਹੜੀ ਪਰਮਿਟ ਪ੍ਰੋਸੈਸ ਆ ਉਹ ਸਾਰੇ ਜਿੰਨੇ ਵੀ ਆਲੇ ਦੁਆਲੇ ਦੇ ਸਿਟੀਜ਼ ਹੈਗੇ ਇਸ ਰੀਜਨ ਦੇ, ਉਹਨਾਂ ਦੇ ਵਿੱਚ ਸਾਰਿਆਂ ਨਾਲੋਂ ਫਾਸਟ ਜਿਹੜੀ ਆ ਉਹ ਲਿਆਵਾਂਗੇ। ਉਹਦੇ ਵਿੱਚ ਚਾਹੇ ਸਾਨੂੰ ਫੈਡਰਲ ਗਵਰਨਮੈਂਟ ਦੀ ਮਦਦ ਦੀ ਲੋੜ ਪਵੇ ਉਹ ਅਸੀਂ ਲਵਾਂਗੇ, ਚਾਹੇ ਸਾਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਲੋੜ ਪਵੇ ਅਸੀਂ ਉਹਨਾਂ ਤੋਂ ਵੀ। ਇਹ ਹੈਗਾ ਕਿ ਹਮੇਸ਼ਾ ਮੇਰੀ ਨਹੀਂ ਆ, ਦੇਖੋ ਪਿੱਛੇ ਮੈਂ ਤੁਹਾਨੂੰ ਦੱਸਿਆ ਡਜ਼ ਨਾਟ ਮੈਟਰ, ਚਾਹੇ ਉਹ ਜਿਹੜੀ ਪਿਛਲੀ ਕਾਉਂਸਲ ਤੇ ਮੇਅਰ ਤੋਂ ਪਹਿਲਾਂ ਵਾਲੀ ਟੀਮ ਸੀ, ਉਹਨਾਂ ਨੇ ਵੀ ਜੇ ਪ੍ਰੋਜੈਕਟ ਕੋਈ ਲੈ ਕੇ ਆਂਦਾ ਹਮੇਸ਼ਾ ਉਹਦੀ ਸਪੋਰਟ ਕੀਤੀ, ਜੇ ਇਹ ਲੈ ਕੇ ਆਏ ਉਹਦੀ ਵੀ ਸਪੋਰਟ ਕੀਤੀ। ਸਾਡਾ ਕੰਮ ਹੈਗਾ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਪਹਿਲਾਂ ਐਜ ਏ ਫੈਡਰਲ MP ਔਰ ਲੋਕਲ ਗਵਰਨਮੈਂਟ ਨਾਲ ਰਲ ਕੇ ਕੰਮ ਕੀਤਾ। ਡਜ਼ਨਟ ਮੈਟਰ ਉਹੀ ਕੰਮ ਹੋਣਾ ਵੀ ਜਦੋਂ ਜੇ ਲੋਕ ਮੌਕਾ ਦਿੰਦੇ ਆ ਸਾਨੂੰ ਮੇਅਰ ਐਂਡ ਕਾਉਂਸਲ
ਡਜ਼ ਨਾਟ ਮੈਟਰ ਕਿਹੜੇ ਪੋਲੀਟੀਕਲ ਸਪੈਕਟਰਮ ਤੋਂ ਅਸੀਂ ਚੁਣੇ ਗਏ ਹਾਂ, ਅਸੀਂ ਰਲ ਕੇ ਸਿਰਫ ਤੇ ਸਿਰਫ ਸਾਡਾ ਇੱਕੋ ਹੀ ਮਨੋਰਥ ਹੋਏਗਾ ਕਿ ਅਸੀਂ ਸਰੀ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾ ਸਕੀਏ। ਇੱਥੇ ਜਿਹੜੀ ਆ ਉਹ ਪਬਲਿਕ ਸੇਫਟੀ, ਟਰਾਂਸਪੋਰਟੇਸ਼ਨ, ਇਨਫਰਾਸਟਰਕਚਰ, ਅਫੋਰਡੇਬਿਲਟੀ ਦੇ ਵਿੱਚ ਜਿਹੜੀ ਆ ਅਸੀਂ ਉਹਨਾਂ ਦੀ ਬਣਦੀ ਜਿਹੜੀ ਆ ਉਹ ਮਦਦ ਕਰ ਸਕੀਏ। ਔਰ ਪਬਲਿਕ ਸੇਫਟੀ ਇਸ ਵੇਲੇ ਜਿਹੜਾ ਵਾ ਤੇ ਅਫੋਰਡੇਬਿਲਟੀ ਬੜਾ ਵੱਡਾ ਮੁੱਦਾ ਬਣਿਆ ਹੈ। ਧਾਲੀਵਾਲ ਸਾਹਿਬ, ਇੰਤਜ਼ਾਰ ਰਹੇਗਾ ਆਉਣ ਵਾਲੇ 2 ਮਹੀਨਿਆਂ ਦਾ, ਕਿਉਂਕਿ ਸਰੀ ਦੇ ਵੋਟਰ ਜਿਹੜੇ ਨੇ ਉਹ ਡਿਸਾਈਡ ਕਰਨਗੇ ਕਿ ਮੇਅਰ ਕੌਣ ਹੋਵੇਗਾ, ਕੌਂਸਲ ਕਿਹੜੀ ਚੁਣੀ ਜਾਵੇਗੀ, ਤੇ ਨਾਲ ਇੰਤਜ਼ਾਰ ਰਹੇਗਾ ਕਿ ਸਲੇਟ ਤੁਹਾਡੇ ਵੱਲੋਂ ਕਿਹੜੀ ਚੁਣੀ ਜਾਂਦੀ ਹੈ, ਹੋਰ ਮੈਂਬਰ ਕਿਹੜੇ ਆਉਂਦੇ ਨੇ ਤੇ ਹੋਰ ਕਿਹੜੇ ਮੁੱਦੇ ਜਿਹੜੇ ਨੇ ਉਠਾਏ ਜਾਂਦੇ ਨੇ। ਤਦ ਤੱਕ ਅਸੀਂ ਤੁਹਾਨੂੰ ਸਵਾਲ ਜਿਹੜੇ ਨੇ ਉਹ ਇਸੇ ਤਰ੍ਹਾਂ ਕਰਦੇ ਰਵਾਂਗੇ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਬਾਤ ਕਰਦੇ ਰਵਾਂਗੇ। ਤਦ ਤੱਕ ਦੇ ਲਈ ਬੈਸਟ ਆਫ ਲੱਕ। ਥੈਂਕ ਯੂ ਅਰਸ਼, ਤੁਹਾਡਾ ਔਰ ਸਾਂਝਾ ਟੀਵੀ ਦਾ ਔਰ ਸਮੂਹ ਦਰਸ਼ਕਾਂ ਦਾ ਵੀ, ਕਿਉਂਕਿ ਅਰਸ਼ ਇਹ ਪਿੱਛੇ ਵੀ ਰਿਹਾ, ਤੁਸੀਂ ਇਹ ਮੀਡੀਆ ਇਸ ਗੱਲ ਦਾ ਗਵਾਹ ਵਾ। ਮੈਂ ਕਦੇ ਮੀਡੀਆ ਤੋਂ ਭੱਜਿਆ ਨਹੀਂ। ਮੀਡੀਆ ਆ ਕੇ ਮੈਨੂੰ ਪੁੱਛੇ ਕੋਈ ਸਵਾਲ, ਮੈਂ ਉਹਦੇ ਸਵਾਲ ਦੇਣ ਨੂੰ ਤਿਆਰ ਹਾਂ। ਠੀਕ ਹੈ ਨਾ, ਇਹ ਤੁਸੀਂ ਚੰਗਾ ਕੰਮ ਕਰਦੇ ਕਿ ਮੈਨੂੰ ਤੁਸੀਂ ਸੱਦ ਕੇ ਰੂਬਰੂ ਕਰਦੇ ਹੋ ਐਟਲੀਸਟ ਕੁਐਸਚਨ ਜਿਹੜੇ ਨੇ। ਕੱਲ੍ਹ ਵੀ ਮੀਡੀਆ ਸੀਗਾ, ਕੱਲ੍ਹ ਜਦੋਂ ਅਸੀਂ ਲਾਂਚ ਕੀਤਾ ਬਿਗੇਸਟ ਮੈਂ ਮੀਡੀਆ ਇਵੈਂਟ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਮੇਨ ਸਟ੍ਰੀਮ ਮੀਡੀਆ, ਆਪਣਾ ਮੀਡੀਆ, ਕੱਲ੍ਹ ਰੂਮ ਭਰਿਆ ਹੋਇਆ ਸੀ ਉੱਥੇ ਜਦੋਂ ਅਸੀਂ ਇਹ ਜਿਹੜੀ ਆ ਪ੍ਰੈਸ ਰਿਲੀਜ਼ ਕੀਤੀ ਆ ਔਰ ਪ੍ਰੈਸ ਕਾਨਫਰੰਸ ਕੀਤੀ ਆ। ਔਰ ਉਦੋਂ ਬਾਅਦ ਸ਼ਾਮ ਨੂੰ 2000 ਤੋਂ ਵੱਧ ਜਿਹੜੇ ਪੁਰਾਣੇ ਉੱਥੇ ਸਪੋਰਟਰ ਜਿਹੜੇ ਆ ਇਨੀਸ਼ੀਅਲੀ ਇੰਨੀ ਸਪੋਰਟ ਕਰਨ ਵਾਸਤੇ ਛੋਟੇ ਸੱਦੇ 'ਚ ਮੰਡੇ ਈਵਨਿੰਗ ਪਹੁੰਚਣਾ ਕੋਈ ਛੋਟੀ ਗੱਲ ਨਹੀਂ। ਪਾਰਕਿੰਗ ਲਾਟ ਫੁੱਲ, ਲੋਕੀ ਇੱਕ ਘੰਟਾ ਲੱਗ ਗਿਆ ਲੋਕਾਂ ਨੂੰ ਉੱਥੇ ਤਾਈਂ ਪਹੁੰਚਣ ਨੂੰ 132 ਸਟਰੀਟ ਤੋਂ ਡਬਲ ਪਾਰਕ। ਉਸ ਤੋਂ ਬਾਅਦ ਲੋਕਾਂ ਨੂੰ ਮੁੜਨਾ ਪਿਆ। ਮੈਂ ਧੰਨਵਾਦੀ ਹਾਂ ਜਿਹੜੇ ਲੋਕ ਆਏ ਕੱਲ੍ਹ ਔਰ ਜਿਹੜੇ ਮੁੜ ਕੇ ਵੀ ਗਏ ਆ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਆਉਣ ਵਾਲੇ ਸਮੇਂ 'ਚ ਇੱਕ ਐਸਾ ਵੈਨਿਊ ਰੱਖਾਂਗੇ ਜਿੱਥੇ ਸਾਰੇ ਲੋਕ ਜਿਹੜੇ ਨੇ ਆ ਸਕਣੇ। ਕੱਲ੍ਹ ਜਿਹੜੀ ਸੀ ਇਹ ਦੱਸਦੀ ਹੈਗੀ ਕਿ ਲੋਕਾਂ ਦੀ ਸਪੋਰਟ ਨੇ ਮੈਨੂੰ ਹੋਰ ਵੀ ਹੰਬਲ ਬਣਾਤਾ। ਵੀ ਅੱਗੇ ਵੀ ਤੁਹਾਨੂੰ ਪਤਾ ਮੇਰੀ ਨੇਚਰ ਤਾਂ ਜਿਹੜੀ ਆ ਬੜੀ ਹੰਬਲਡ ਹੈਗਾ, ਪਰ ਜਦੋਂ ਦੇਖਦੇ ਹਾਂ ਇਨੀਸ਼ੀਅਲੀ ਐਡੀ ਵੱਡੀ ਗਿਣਤੀ ਦੇ ਵਿੱਚ ਸਪੋਰਟਰ ਤੁਹਾਡੇ ਚੱਲ ਕੇ ਆਉਂਦੇ ਆ ਤਾਂ ਇਹਦੇ ਨਾਲ ਜਿਹੜਾ ਤੁਹਾਡਾ ਮਨ ਹੋਰ ਵੀ ਨੀਵਾਂ ਹੁੰਦਾ, ਹੰਬਲ ਹੁੰਦਾ ਕਿ ਦੇਖੋ ਲੋਕ ਪਿਆਰ ਕਰਦੇ ਨੇ ਔਰ ਸਾਡਾ ਕੰਮ ਹੈਗਾ ਕਿ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੀਏ। ਉਹ ਅਸੀਂ ਪੂਰਾ ਉਤਰਾਂਗੇ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਫਿਰ ਬਹੁਤ ਬਹੁਤ ਚੜ੍ਹਦੀ ਕਲਾ 'ਚ ਰਹੋ। ਸਰੀ ਮਿਊਨਿਸਪਲ ਚੋਣਾਂ ਅਕਤੂਬਰ ਵਿੱਚ ਹੋਣ ਜਾ ਰਹੀਆਂ ਹਨ, ਜਿਸ ਲਈ ਵੱਖ-ਵੱਖ ਧਿਰਾਂ ਮੈਦਾਨ ਵਿੱਚ ਆ ਰਹੀਆਂ ਹਨ। ਕਈ ਧਿਰਾਂ ਨੇ ਚੋਣਾਂ ਦਾ ਬਿਗੁਲ ਵਜਾ ਦਿੱਤਾ, ਜਿੱਥੇ ਲਿਬਰਲ MP ਸੁਖ ਧਾਲੀਵਾਲ ਨੇ 15 ਅਕਤੂਬਰ ਨੂੰ ਹੋਣ ਵਾਲੀਆਂ ਸਰੀ ਦੀਆਂ ਮਿਊਨਿਸਪਲ ਚੋਣਾਂ ਵਿੱਚ ਸਰੀ ਯੂਨਾਈਟਿਡ ਦੇ ਨਾਮ ਹੇਠ ਆਪਣੀ ਸਲੇਟ ਲੈ ਕੇ ਆਂਦੀ ਹੈ, ਜਿਸ ਵਿੱਚ ਸਾਬਕਾ NDP MP ਜਸਬੀਰ ਸੰਧੂ, ਜੂਲੀ ਟੈਪਲੇ, ਜੈਫ ਬ੍ਰਿਜ, ਬੈਕੀ ਜ਼ੂ ਦੇ ਨਾਮ ਸ਼ਾਮਲ ਹਨ। ਤੇ ਦੂਜੇ ਪਾਸੇ ਸਰੀ ਫਾਰਵਰਡ ਵੱਲੋਂ NDP MLA ਜਿਨੀ ਸਿਮਸ ਵੱਲੋਂ ਸਰੀ ਦੇ ਮੇਅਰ ਦੀ ਚੋਣ ਵਿੱਚ ਖੁਦ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਪਿਛਲੇ ਦਿਨੀ ਪਾਰਟੀ ਦੀ ਸਲੇਟ ਦਾ ਵੀ ਐਲਾਨ ਕੀਤਾ ਗਿਆ ਸੀ। ਪਾਰਟੀ ਦੀ ਸਲੇਟ ਵਿੱਚ ਸ਼ਾਮਲ ਕੈਂਡੀਡੇਟਸ ਜੂਨ ਲਿਓ, ਰੈਮਨ ਬੈਂਡੋਂਗ, ਫਿਲਿਪ ਜੋਡੀਟੂਰ, ਅਰਸ਼ ਮੰਡੇਰ ਅਤੇ ਟਰੀਸਾ ਪਿਡਕੌਕ ਦੇ ਨਾਮ ਸ਼ਾਮਲ ਹਨ। ਇਸ ਤੋਂ ਪਹਿਲਾਂ ਮੌਜੂਦਾ ਮੇਅਰ ਡਗ ਮਕਲਨ, ਸੇਫ ਸਰੀ ਕੋਲੀਸ਼ਨ, ਮੌਜੂਦਾ ਕੌਂਸਲਰ ਬ੍ਰੈਂਡਾ ਲੌਕੀ ਸਰੀ ਕਨੈਕਟ ਦੇ ਨਾਲ ਆਪਣੀਆਂ ਸਲੇਟਾਂ ਸਮੇਤ ਚੋਣ ਮੈਦਾਨ ਵਿੱਚ ਨਿੱਤਰ ਚੁੱਕੇ ਹਨ। ਇੱਕ ਹੋਰ ਸਾਬਕਾ MP ਅਤੇ ਸਾਬਕਾ ਵਿਧਾਇਕ ਗੋਰਡੀ ਹੋਗ ਕਿਸੇ ਵੀ ਵਕਤ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ, ਜੋ ਪੁਰਾਣੀ ਸੱਤਾਧਾਰੀ ਧਿਰ ਸਰੀ ਫਰਸਟ ਨਾਲ ਏਕਤਾ ਕਰਕੇ ਆ ਸਕਦੇ ਹਨ। 5 ਧਿਰੀ ਟੱਕਰ ਵਿੱਚ ਬਹੁਤ ਹੀ ਫਸਵੇਂ ਮੁਕਾਬਲੇ ਅਤੇ ਰਾਜਨੀਤੀ ਦੇਖਣ ਨੂੰ ਮਿਲੇਗੀ। ਜਿਵੇਂ ਅਸੀਂ ਸਰੀ ਦੀਆਂ ਇਲੈਕਸ਼ਨਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਤਾਂ ਸਰੀ ਦਾ ਜਿਹੜਾ ਚੋਣ ਮੈਦਾਨ ਆ ਉਹ ਲਗਾਤਾਰ ਭਖਦਾ ਜਾ ਰਿਹਾ ਹੈ। ਸਰੀ ਦੇ ਵਿੱਚ ਵੱਖ-ਵੱਖ ਧਿਰਾਂ ਸਾਹਮਣੇ ਆ ਗਈਆਂ ਨੇ। ਹੁਣ ਚੋਣਾਂ 'ਚ ਫੈਸਲਾ ਤੁਸੀਂ ਕਰਨਾ ਹੈ ਕਿ ਜਿਤਾਉਣਾ ਕਿਹਨੂੰ ਆ। ਅਸੀਂ ਤੁਹਾਡੇ ਸਾਹਮਣੇ ਵੱਖ-ਵੱਖ ਉਮੀਦਵਾਰਾਂ ਦਾ ਪੱਖ ਰੱਖ ਰਹੇ ਹੈਗੇ ਆ। ਸਰੀ ਫਾਰਵਰਡ ਤੋਂ ਮੇਰੇ ਨਾਲ ਨੇ ਜਿਨੀ ਸਿਮਸ। ਆਓ ਗੱਲਬਾਤ ਕਰਦੇ ਹਾਂ। ਜਿਨੀ ਸਿਮਸ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜਿਨੀ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਚੋਣਾਂ ਜਿਹੜੀਆਂ ਨੇ ਉਹ ਨੇੜੇ ਤੇ ਨੇੜੇ ਆਉਂਦੀਆਂ ਜਾ ਰਹੀਆਂ ਨੇ ਤੇ ਤੁਹਾਡੇ ਦੁਆਰਾ ਜਿਹੜੇ 4 ਹੋਰ ਤੁਹਾਡੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ। ਕੌਣ-ਕੌਣ ਹੈਗੇ ਨੇ ਉਹਨਾਂ ਬਾਰੇ ਦੱਸੋ। ਜਿਹੜੇ ਮੇਅਰ ਲਈ ਖੜੇ ਆ, ਜਿਹੜੇ ਤੁਹਾਡੀ ਸਲੇਟ ਦੇ ਵਿੱਚੋਂ ਖੜੇ, ਜਿਹੜੀ ਸਾਡੀ ਸਲੇਟ ਤੇ ਖੜੇ ਆ, ਸਾਡੇ ਨਾਲ ਹੁਣ 6 ਖੜੇ ਆ। ਤੇ ਪਹਿਲਾਂ ਤਾਂ ਇਹ ਹੈਗੀ ਆ ਟਰੀਸਾ ਪਿਡਕੌਕ, ਉਹ ਹੈਗੀ ਆ QP ਮੈਂਬਰ ਆ, ਬੱਚਿਆਂ ਨਾਲ ਕੰਮ ਕਰਦੀ ਆ। ਉਹਦੀ ਲਿੰਕਸ ਹੈਗੇ ਆ ਮੇਟੀ ਕਮਿਊਨਿਟੀ ਵਿੱਚ ਵੀ ਤੇ ਫਾਇਰ ਫਾਈਟਿੰਗ ਕਮਿਊਨਿਟੀ ਵਿੱਚ ਵੀ, ਪਰ ਸਭ ਤੋਂ ਵੱਡਾ ਹੈਗਾ ਉਹਦਾ ਜੋਸ਼ ਵੀ ਮੈਂ ਆਪਣੇ ਬੱਚਿਆਂ ਲਈ ਸਰੀ ਨੂੰ ਸੁਧਾਰਾਂ। ਫਿਰ ਹੈਗਾ ਰੇਮਨ ਬੈਂਡੋਂਗ। Raymond Bandong is a financial manager at Coast Capital. He's of Filipino descent, once again, with a family here in Canada, grew up here in Surrey, BC, and is very committed to making Surrey a better place for everybody. Along with them, of course, is June Liu.
June Liu is known to everybody. She has worked for many non-profits, and currently she is an events and outreach organizer with the NDP. Then we have Jodie Tor, Dr. Jodie Tor, who's a graduate from UBC, and she studied medicine, but now went on to the United States and has done a doctorate in integrative medicine. So she has her clinic in Cloverdale. Along with Jodie, we have Arshman Deir, who is into IT and technology innovation, worked with BC Hydro for 7 years, and is now on our campaign, and he is an entrepreneur. And I am now trying to think of who the sixth person is, and I should know all their names off by heart by now. So I've mentioned Dr. Jodie, I've mentioned Ramon, June, I've mentioned Teresa. Oh, of course, Phil Aguirre. He's, I've always called him the sweetheart of Newton. I have known him since 2011, and he is the president of the Surrey Newton BIA. Um, His family has been in Surrey for generations. They own the Old House restaurant on 72nd, and I'm very excited to have him as part of my team. A very strong supporter of small and medium-sized businesses and growing Surrey with good paying jobs. ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਐਕਸਪਲੇਨ ਕੀਤਾ ਕਿ ਕਿਹੜੇ ਸਲੇਟ ਦੇ ਵਿੱਚ ਹੈਗੇ ਨੇ, ਕਿੰਨਾ ਦਾ ਨਾਮ ਜਿਹੜਾ ਉਹ ਜੁੜਿਆ ਗਿਆ ਆ। ਅਜੇ ਵੀ ਹੋਰ ਜਿਹੜੀਆਂ ਅਨਾਉਂਸਮੈਂਟਸ ਹੋਣ ਵਾਲੀਆਂ ਨੇ, ਪਰ ਅੱਜ ਤੱਕ ਸਰੀ ਫਾਰਵਰਡ ਦੇ ਵੱਲੋਂ ਸਾਨੂੰ ਜਿਹੜੀਆਂ ਨੇ ਉਹ ਰਿਲੀਜ਼ਸ ਵੀ ਮਿਲਦੀਆਂ ਰਹਿੰਦੀਆਂ ਨੇ ਕਿ ਸਰੀ ਦੇ ਲਈ ਕਿਹੜੇ ਕੰਮ ਕਰਨ ਵਾਲੇ ਨੇ। ਮੁੱਦੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ, ਪਰ ਹੁਣ ਜਿਵੇਂ ਮੈਂ ਕਿਹਾ ਕਿ ਸਰੀ ਦੇ ਵਿੱਚ ਧਿਰਾਂ ਵੱਖ-ਵੱਖ ਆ ਗਈਆਂ ਨੇ। ਹੋ ਸਕਦਾ ਹੈ ਐਂਡ ਤੱਕ 5 ਪਾਰਟੀਆਂ ਹੋਣ, 5 ਧਿਰਾਂ ਹੋਣ, ਜਿਹਦੇ ਵਿੱਚ ਫਸਵਾਂ ਮੁਕਾਬਲਾ ਹੋਣ ਦੀ ਜਿਹੜੀ ਆਸ ਕੀਤੀ ਜਾ ਰਹੀ ਹੈ। ਸੁਖ ਧਾਲੀਵਾਲ ਦੇ ਵੱਲੋਂ ਕੈਂਪੇਨ ਲਾਂਚ ਕੀਤੀ ਗਈ ਹੈ। ਮੁਕਾਬਲਾ ਕਿਹਦੇ ਨਾਲ ਜ਼ਿਆਦਾ ਦੇਖਦੇ ਹੋ? ਦੇਖੋ, ਐਂਡ ਤੇ ਜਾ ਕੇ ਮੁਕਾਬਲਾ ਹੁੰਦਾ ਆ ਵੋਟਰਾਂ ਦੇ ਨਾਲ, ਬਿਕਾਜ਼ ਜਦੋਂ ਇਲੈਕਸ਼ਨ ਹੁੰਦਾ ਆ, ਬੇਸ਼ੱਕ ਦੀ 2 ਖੜੇ ਹੋਣ, ਬੇਸ਼ੱਕ ਦੀ 8 ਖੜੇ ਹੋ ਜਾਣ, ਜਿੱਤਣਾ ਇੱਕ ਨੇ ਮੈਰ ਬਣਨਾ ਆ। ਤੇ ਲੋਕਾਂ ਦੇ ਮੋਹਰੇ ਬਹੁਤ ਹੀ ਵਧੀਆ ਓਪਰਚੁਨਿਟੀਜ਼ ਹੈਗੀ ਆ, ਉਹ ਦੇਖਣ, ਹਰੇਕ ਦਾ ਪੱਖ ਦੇਖਣ, ਹਰੇਕ ਦੀ ਪਾਲਿਸੀ ਦੇਖਣ, ਅਨਾਉਂਸਮੈਂਟ ਸੁਣ, ਪਰ ਸਭ ਤੋਂ ਵੱਡਾ ਦੇਖਣ ਵੀ ਇਸ ਇਨਸਾਨ ਦੇ ਵਿੱਚ ਉਹ ਤਾਕਤ ਹੈਗੀ ਆ, ਉਹ ਤਜਰਬਾ ਹੈਗਾ ਆ, ਔਰ ਐਕਸਪੀਰੀਅੰਸ ਹੈਗਾ ਆ। ਉਹ ਸਮਝੌਤੇ ਕਰ ਸਕਦਾ ਆ, ਸਿਰਫ ਸਰੀ ਦੇ ਕਾਉਂਸਲ ਟੇਬਲ 'ਤੇ ਨਹੀਂ, ਪਰ ਮੈਜ਼ ਦੇ ਕਾਉਂਸਲ ਟੇਬਲ 'ਤੇ ਪ੍ਰੋਵਿੰਸ਼ੀਅਲ ਫੈਡਰਲ ਸਰਕਾਰ ਦੇ ਨਾਲ ਸਰੀ ਲਈ ਲੜ ਸਕਦਾ ਆ, ਅਤੇ ਚੀਜ਼ਾਂ ਇੱਥੇ ਲੈ ਕੇ ਵੀ ਆ ਸਕਦੇ ਆ। ਸੋ ਇਹ ਸਭ ਕੁਝ ਦੇਖ ਕੇ ਲੋਕਾਂ ਨੂੰ ਵੋਟ ਪਾਉਣੀ ਪੈਣੀ ਆ। ਪਿਛਲੇ ਕਈ ਸਾਲਾਂ ਦੇ ਵਿੱਚ ਸਾਡਾ ਨਾਮ ਬਹੁਤ ਬਦਨਾਮ ਹੋ ਗਿਆ ਪੋਲੀਟੀਕਲੀ। ਮੈਰ ਦੀ ਸੀਟ ਦੇ ਉੱਪਰ ਬਹੁਤ ਵੱਡਾ ਥੱਬਾ ਲੱਗਾ ਆ। ਇਸ ਕਰਕੇ ਬਹੁਤ ਹੀ ਜ਼ਰੂਰਤ ਹੈਗੀ ਵੀ ਅਸੀਂ ਐਸਾ ਇਨਸਾਨ ਚੁਣੀਏ ਜਿਹਦੇ ਵਿੱਚ ਸਾਨੂੰ ਗਰਵ ਹੋਵੇ। ਅਤੇ ਇੱਥੇ ਸਰੀ ਦੇ ਵਿੱਚ ਜਿਹੜਾ ਹੈਗਾ ਪੰਜਾਬੀਆਂ ਦਾ ਘੜ, ਆਪਾਂ ਕਹਿ ਦਈਏ ਤਾਂ ਗੜ੍ਹ ਆ, ਇੱਥੇ ਆਪਣੇ ਬਹੁਤ ਸਾਰੇ ਲੋਕ ਰਹਿੰਦੇ ਆ। ਇਹ ਸਾਡੀ ਓਪਰਚੁਨਿਟੀਜ਼ ਹੈਗੀ ਆ ਦਿਖਾਲਣ ਨੂੰ। ਅਸੀਂ ਇੱਥੇ ਕੈਨੇਡਾ ਵਿੱਚ ਆ ਕੇ, ਸਰੀ ਵਿੱਚ ਰਹਿ ਕੇ ਅਸੀਂ ਮੁਕਾਬਲਾ ਕਰ ਵੀ ਸਕਦੇ ਹਾਂ, ਜਿੱਤ ਵੀ ਸਕਦੇ ਹਾਂ। ਓਪਰਚੁਨਿਟੀ ਹੈਗੀ ਆ ਵੀ ਅਸੀਂ ਇੱਕ ਔਰਤ ਨੂੰ ਜਿਹਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਆ, ਉਹਨੂੰ ਮੈਰ ਬਣਾ ਕੇ ਸਰੀ ਵਿੱਚ ਕਾਮਯਾਬ ਕਰ ਸਕਦੇ ਹਾਂ। ਅੱਛਾ, ਜਿੱਦਾਂ ਹੁਣ ਮੈਂ 5 ਧਿਰਾਂ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਡਗ ਮੈਕਲਨ, ਬ੍ਰੈਂਡਾ ਲੌਕੀ, ਸੁਖ ਧਾਲੀਵਾਲ, ਤੁਸੀਂ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੋਲਡੀ ਹੋਗ ਵੀ ਜਿਹੜੀਆਂ ਇਲੈਕਸ਼ਨਸ ਅਨਾਊਂਸ ਕਰਦੇ ਨੇ ਮੇਅਰ ਦੇ ਲਈ ਲੜਨ ਦੇ ਲਈ। ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਪ੍ਰੋਵਿੰਸ਼ੀਅਲ ਆਲਰੇਡੀ MLA ਤੋਂ ਛੁੱਟੀਆਂ ਲੈ ਕੇ ਆਲਰੇਡੀ ਰੇਸ ਦੇ ਵਿੱਚ ਹੈਗੇ ਆ। ਸੁਖ ਧਾਲੀਵਾਲ ਫੈਡਰਲ ਗਵਰਨਮੈਂਟ ਦੇ ਵੱਲੋਂ ਆ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਹੁਣ ਤੁਸੀਂ ਵੀ ਪੰਜਾਬੀ ਮੂਲ ਦੇ ਆ, ਉਹ ਵੀ ਪੰਜਾਬੀ ਮੂਲ ਦੇ, ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਵੋਟਾਂ ਡਿਵਾਈਡ ਹੋ ਸਕਦੀਆਂ। ਇਸ ਚੀਜ਼ ਨੂੰ ਕਿਵੇਂ ਤੁਸੀਂ ਜਿਹੜਾ ਉਹ ਕਰੋਗੇ, ਲੋਕਾਂ ਨੂੰ ਕਿਸ ਤਰ੍ਹਾਂ ਸਮਝਾਓਗੇ ਕਿ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਜਦੋਂ ਇਲੈਕਸ਼ਨ ਹੁੰਦਾ ਆ, ਜਿਹੜਾ ਵੋਟਰ ਆ ਉਹਨੂੰ ਵੋਟ ਚੁਣਨਾ ਪੈਂਦਾ ਵੀ ਮੈਂ ਕਿਹਨੂੰ ਵੋਟ ਪਾਵਾਂ। ਬੇਸ਼ੱਕ ਦੀ 2 ਖੜੇ ਆ, ਬੇਸ਼ੱਕ ਦੀ 3 ਖੜੇ ਆ, ਉਹਨਾਂ ਨੂੰ ਪਾਲਿਸੀਜ਼ ਦੇਖ ਕੇ ਸਭ ਕੁਝ ਵੋਟ ਪਾਉਣੀ ਚਾਹੀਦੀ ਆ। ਮੈਂ ਤਾਂ ਕਹਿੰਦੀ ਆ ਵੋਟਿੰਗ ਇਜ਼ ਅਬਾਊਟ, ਇਲੈਕਸ਼ਨਸ ਆਰ ਅਬਾਊਟ ਵੋਟ ਸਪਲਿਟਿੰਗ। ਉਹਨਾਂ ਦਾ ਮਤਲਬ ਹੀ ਇਹ ਹੀ ਆ, ਬੇਸ਼ੱਕ ਦੀ 2 ਖੜੇ ਹੋਣ, ਬੇਸ਼ੱਕ ਦੀ 5 ਖੜੇ ਹੋਣ। ਮੈਂ ਤਾਂ ਵੋਟਰਸ ਨੂੰ ਇਹੀ ਕਹੂੰਗੀ, ਵੋਟ ਫॉर द ਬੈਸਟ ਕੈਂਡੀਡੇਟ that will take Surrey in the direction ਵੀ ਜਿੱਥੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਗਰਵ ਹੋਵੇ ਵੀ ਅਸੀਂ ਇਸ ਸ਼ਹਿਰ ਵਿੱਚ ਰਹਿ ਕੇ ਇਹਨੂੰ ਇਦੋਂ ਵੀ ਜ਼ਿਆਦਾ ਕਾਮਯਾਬ ਬਣਾ ਸਕਦੇ ਹਾਂ।
ਜਿਹੜੀ ਜੇ ਤੁਸੀਂ ਮੇਅਰ ਬਣਦੇ ਹੈਗੇ ਆ 15 ਤਰੀਕ ਨੂੰ, ਜੇ ਲੋਕ ਤੁਹਾਨੂੰ ਤੁਹਾਡੀ ਸਲੇਟ ਦੇ ਉੱਤੇ ਟਰਸਟ ਕਰਦੇ ਨੇ, ਤੁਹਾਡੇ ਵਾਅਦਿਆਂ ਦੇ ਉੱਤੇ ਟਰਸਟ ਕਰਦੇ ਨੇ, ਜੋ ਕੁਝ ਤੁਸੀਂ ਅਨਾਉਂਸਮੈਂਟਸ ਕੀਤੀਆਂ ਨੇ ਉਹ 'ਤੇ ਟਰਸਟ ਕਰਦੇ ਨੇ, ਤੁਹਾਨੂੰ ਮੇਅਰ ਬਣਾਉਂਦੇ ਨੇ, ਪ੍ਰਾਇੋਰਟੀ ਦੇ ਉੱਤੇ ਕਿਹੜੀ ਚੀਜ਼ ਹੋਊਗੀ ਜਿਹੜੀ ਜਿਨੀ ਸਿਮਸ ਦੇ ਵੱਲੋਂ ਕੀਤੀ ਜਾਊਗੀ? ਨੰਬਰ 1 ਜਿਹੜੀ ਹੈ ਨਾ ਵੀ ਡੈਮੇਜ ਹੋ ਗਈ ਆ ਸਰੀ ਨੂੰ, ਜਿਹੜੀ ਮੇਅਰ ਦੀ ਕੁਰਸੀ ਆ ਉਸ ਅਹੁਦੇ ਨੂੰ ਉਹ ਰਿਸਟੋਰ ਕਰਨ ਦੀ ਆ, ਤੇ ਫਿਰ ਓਪਨ ਐਂਡ ਟਰਾਂਸਪੈਰੈਂਟ ਗਵਰਨਮੈਂਟ। ਨੰਬਰ 1 everybody is waiting for that. Reinstate all the committees. Secondly, fair treatment for everybody. It's not who you know, it's the fair treatment, simplified rules, and let's get more houses built. And the ਸਭ ਤੋਂ ਵੱਡਾ ਮੁੱਦਾ ਹੈਗਾ ਆ ਵੀ ਜਿਹੜਾ ਆਮ ਇਨਸਾਨ ਸਰੀ ਵਿੱਚ ਰਹਿੰਦਾ ਆ, how can we help him? ਉਹਦੀ ਕਿਸ ਤਰ੍ਹਾਂ ਮਦਦ ਕਰੀਏ ਵੀ ਲਾਈਫ ਮੋਰ ਅਫੋਰਡੇਬਲ ਹੋ ਜਾਵੇ ਉਹਦੇ ਲਈ। ਬੇਸ਼ੱਕ ਦੀ ਘਰ ਆ, ਚਾਈਲਡ ਕੇਅਰ ਆ, ਪਬਲਿਕ ਟਰਾਂਜ਼ਿਟ ਆ, ਬਹੁਤ ਸਾਰੇ ਮੁੱਦੇ ਹੈਗੇ ਆ, ਨਿੱਕੇ ਨਿੱਕੇ ਮੁੱਦੇ ਜਿਹੜੇ ਬਹੁਤ ਵੱਡੇ ਆ, ਸੜਕਾਂ ਦਾ ਹਾਲ, ਟ੍ਰੈਫਿਕ ਦਾ ਹਾਲ, ਬਹੁਤ ਕੁਝ ਕਰਨ ਵਾਲਾ ਆ। ਤੇ ਮੇਰੀ ਕਮਿਟਮੈਂਟ ਹੈਗੀ ਆ ਜੇ ਤੁਸੀਂ ਮੈਨੂੰ ਵੋਟ ਪਾਈ ਤੇ ਮੇਅਰ ਬਣਾਇਆ, ਮੈਂ ਰਾਤ ਦਿਨ ਮਿਹਨਤ ਕਰਕੇ ਸਰੀ ਸ਼ਹਿਰ ਦੇ ਉੱਪਰ ਐਸਾ ਕੰਮ ਹੋਊਗਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗਰਵ ਹੋਊਗਾ। ਜਿਨੀ ਬਹੁਤ ਸਾਰੇ ਜਿਵੇਂ ਮੈਂ ਕਿਹਾ ਹੈਗਾ ਇਸ਼ੂ ਹੈਗੇ ਨੇ, ਅਸੀਂ ਪਿਛਲੇ ਐਪੀਸੋਡ ਦੇ ਵਿੱਚ, ਪਿਛਲੀ ਜਦੋਂ ਸਾਡੀ ਗੱਲਬਾਤ ਹੋਈ ਆ ਉਦੋਂ ਵੀ ਅਸੀਂ ਸਰੀ ਪੁਲਿਸ ਦੀ ਗੱਲਬਾਤ ਕੀਤੀ ਆ, ਹਰ ਕੋਈ ਸਰੀ ਪੁਲਿਸ ਦੀ ਗੱਲਬਾਤ ਕਰ ਰਿਹਾ ਹੈਗਾ। ਚਲੋ ਹੋਰ ਵੀ ਮੁੱਦੇ ਹੈਗੇ, ਟਰਾਂਸਪੋਰਟੇਸ਼ਨ ਦਾ ਮੁੱਦਾ ਹੈਗਾ ਆ, ਟਰਾਂਸਪੇਰੈਂਸੀ ਦਾ ਮੁੱਦਾ ਹੈਗਾ ਆ, ਪਰਮਿਟਸ ਦਾ ਮੁੱਦਾ ਹੈਗਾ ਕਿ ਬਿਲਡਰਸ ਨੂੰ ਪਰਮਿਟਸ ਜਿਹੜੇ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਨਹੀਂ ਮਿਲਦੇ, ਫਸਟ ਕਮ ਫਸਟ ਸਰਵ ਦੀ ਥਾਂ ਦੇ ਉੱਤੇ ਜੋ ਲੋਕ ਹੈਗੇ ਨੇ ਜਿਹੜੇ ਆਲਰੇਡੀ ਉੱਥੇ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਹਾਂ ਅਸੀਂ ਇੱਥੇ ਕੰਮ ਕਰਵਾ ਸਕਦੇ ਹਾਂ ਉਹ ਕਰਵਾ ਰਹੇ ਹੈਗੇ ਨੇ। ਸੋ ਉਹ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਵਾਲਾ। ਪਰ ਕੋਈ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਰੀ ਪੁਲਿਸ ਦੀ ਟ੍ਰਾਂਜੀਸ਼ਨ ਰੋਕ ਦਾਂਗੇ, ਕੋਈ ਕਹਿ ਰਿਹਾ ਅਸੀਂ ਹੋਣ ਦੇਵਾਂਗੇ, ਕੋਈ ਕਹਿ ਰਿਹਾ ਹੈਗਾ ਕਿ ਅਸੀਂ ਦੇਖਾਂਗੇ ਜੇ ਜਿੱਤ ਗਏ। ਸੋ ਇਹ ਮੁੱਦਾ ਸਭ ਤੋਂ ਵੱਡਾ ਮੁੱਦਾ ਤੁਹਾਨੂੰ ਕੀ ਲੱਗਦਾ ਕਿਉਂ ਵੱਡਾ ਮੁੱਦਾ ਹੋ ਕੇ ਸਾਹਮਣੇ ਆ ਰਿਹਾ? ਦੇਖੋ ਸਰੀ ਪੁਲਿਸਿੰਗ, ਜਦੋਂ ਵੀ ਪੁਲਿਸਿੰਗ ਦੀ ਇਸ਼ੂ ਹੋਵੇ ਗੱਲ ਹੋਣੀ ਚਾਹੀਦੀ ਆ ਸੇਫਟੀ ਤੇ ਸਿਕਿਉਰਿਟੀ ਦੀ, ਪਰ ਸਰੀ ਦੇ ਵਿੱਚ ਇਹ ਮੁੱਦਾ ਬਣ ਗਿਆ ਆ ਪੋਲੀਟੀਕਲ। ਪੁਲਿਸਿੰਗ ਨੂੰ ਕਦੀ ਵੀ ਪੋਲੀਟੀਸਾਈਜ਼ ਨਹੀਂ ਕਰਨਾ ਚਾਹੀਦਾ, ਪਰ ਹੋ ਗਿਆ। ਇੱਕ ਝੰਡਾ ਫੜ ਕੇ ਖੜਾ ਆ ਸਰੀ ਪੁਲਿਸਿੰਗ, ਬ੍ਰੈਂਡਾ ਲੌਕ ਨੇ ਝੰਡਾ ਫੜ ਲਿਆ ਸਰੀ RCMP, ਹੁਣ ਮਿਸਟਰ ਢਾਲੀਵਾਲ ਆ ਗਿਆ ਉਹਨ ਵੀ ਝੰਡਾ ਫੜ ਲਿਆ ਸਰੀ ਪੁਲਿਸ। ਪਰ ਜਿਹੜੀ ਅਸਲੀ ਗੱਲ ਆ ਸੇਫਟੀ ਐਂਡ ਸਿਕਿਉਰਿਟੀ ਉਹਦੇ 'ਤੇ ਕੋਈ ਧਿਆਨ ਨਹੀਂ ਦੇ ਰਿਹਾ। ਅਤੇ ਦੂਸਰਾ ਮੁੱਦਾ ਜਿਹੜਾ ਹੈਗਾ, ਜਿਹੜਾ ਆਮ ਇਨਸਾਨ ਆ, ਹੀ ਇਜ਼ ਦ ਟੈਕਸ ਪੇਅਰ, ਉਹ ਵੀ ਸੋਚਦਾ ਵੀ ਮੇਰਾ ਖਰਚਾ ਕਿੰਨਾ ਹੋਣਾ ਆ, ਵੀ ਕਿੰਨਾ ਹੋ ਗਿਆ, ਕਿੰਨਾ ਗਾਹ ਹੋਣਾ ਆ। ਮੇਰਾ ਵਾਅਦਾ ਹੈਗਾ ਆ ਵੀ ਜਦੋਂ ਜੇ I become mayor, commitment is get data, ਸਾਰਾ ਇਨਫੋਰਮੇਸ਼ਨ ਲੈ ਕੇ ਫਿਰ ਡਿਸੀਜਨ ਬਣਾਵਾਂਗੇ ਵੀ ਗਾਂ ਨੂੰ ਲੈ ਕੇ ਜਾਣੀ ਆ ਸਰੀ ਪੁਲਿਸ ਜਾਂ ਗਾਂ ਨੂੰ ਲੈ ਕੇ ਜਾਣੀ ਆ ਸਰੀ RCMP। ਇਹ ਦੇਖਣ ਵਾਲੀ ਗੱਲ ਨਹੀਂ, ਇਟ ਮੇਕ ਸੈਂਸ। ਬਿਨਾਂ ਨੌਲੇਜ ਤੁਸੀਂ ਕਿੱਦਾਂ ਡਿਸੀਜਨ ਬਣਾ ਸਕਦੇ ਆ? ਕਈ ਕਹਿੰਦੇ ਆ ਜੇ 2 ਸਾਲ ਲੱਗਣੇ ਟ੍ਰਾਂਜੀਸ਼ਨ ਨੂੰ, ਕਈ ਕਹਿੰਦੇ ਆ 10 ਸਾਲ ਲੱਗਣੇ ਆ। ਸੱਚ ਕਿਤੇ ਅੱਧ 'ਚ ਹੋਣਾ ਆ। ਹੁਣ ਕਈ ਕਹਿ ਦਿੰਦੇ ਵੀ ਖਰਚੇ ਦਾ ਕੁਛ ਨਹੀਂ, ਪਰ ਮੈਂ ਤੁਹਾਨੂੰ ਕਹਿ ਦਿੰਦੀ ਦਾਅਵੇ ਦੇ ਨਾਲ ਸਰੀ ਵਾਲਿਆਂ ਨੂੰ ਖਰਚੇ ਦੇ ਨਾਲ ਹੈਗਾ ਆ। ਉਹਨਾਂ ਦੇ ਟੈਕਸ ਵੱਧ ਰਹੇ ਆ, ਉਹ ਪੈਸੇ ਦੇਣ ਨੂੰ ਤਿਆਰ ਆ ਜੇ ਉਹਨਾਂ ਨੂੰ ਪਤਾ ਲੱਗੇ ਵੀ ਸੇਫਟੀ ਐਂਡ ਸਿਕਿਉਰਿਟੀ ਇਜ਼ ਦੇਅਰ। ਸੋ ਲੈਟਸ ਸੀ, get the data, best safety and security for the best dollar. ਜਿਨੀ ਇਹ ਤਾਂ ਮੁੱਦਾ ਹੈਗਾ ਹੀ ਆ, ਪਰ ਤੁਸੀਂ ਦੇਖੋ ਕਿ ਵਰਲਡ ਵਾਈਡ ਵੀ ਹੈ ਤੇ ਸਾਡੇ ਕੈਨੇਡਾ ਦੇ ਵਿੱਚ ਵੀ ਹੈ ਤੇ ਸਰੀ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਇਹਦੇ ਵਿੱਚੋਂ ਲੰਘ ਰਹੇ ਨੇ। ਇਨਫਲੇਸ਼ਨ, ਤੁਹਾਨੂੰ ਕੀ ਲੱਗਦਾ ਸਿਟੀ ਦਾ ਵੀ ਕੋਈ ਰੋਲ ਹੁੰਦਾ ਕਿ ਲੋਕਾਂ ਨੂੰ ਇਹ ਇਨਫਲੇਸ਼ਨ ਤੋਂ ਜਾਂ ਹਾਊਸਿੰਗ ਤੋਂ, ਅਫੋਰਡੇਬਿਲਟੀ ਤੋਂ ਕੁਛ ਨਾ ਕੁਛ ਨਿਜਾਤ ਜਿਹੜੀ ਉਹ ਦਿਵਾਈ ਜਾਵੇ? ਯੈਸ, ਦੇਖੋ ਹਰੇਕ ਲੈਵਲ ਆਫ ਗਵਰਨਮੈਂਟ ਦਾ ਹੁੰਦਾ ਆ, ਉਹਦੇ ਹਿੱਸੇ ਵਿੱਚ ਕਈ ਕੰਮ ਹੁੰਦੇ ਆ। ਆਪਾਂ ਪਹਿਲਾਂ ਦੇਖੀਏ, ਇਹ ਜਿਸ ਤਰ੍ਹਾਂ ਤੁਸੀਂ ਕਿਹਾ ਆ, ਦਿਸ ਇਜ਼ ਐਨ ਇੰਟਰਨੈਸ਼ਨਲ ਪ੍ਰੋਬਲਮ, ਦਿਸ ਇਜ਼ ਨਾਟ ਯੂਨੀਕ ਟੂ ਸਰੀ, ਇਟਸ ਨਾਟ ਅ BC ਪ੍ਰੋਬਲਮ। ਪਰ ਸਾਡੇ ਫਿਰ ਵੀ ਇੱਥੇ ਕੰਮ ਚੱਲ ਰਹੇ ਆ, ਕੰਮ ਵੀ ਬਹੁਤ ਗਰੋ ਹੋ ਰਹੇ ਆ ਸਾਡੇ BC ਦੇ ਵਿੱਚ ਹੀ, ਅਤੇ ਉਹਦੇ ਨਾਲ ਅਸੀਂ ਥੋੜ੍ਹਾ ਕੁ ਇਨਸੂਲੇਟਡ ਹੋ ਗਏ ਆ। ਫਿਰ ਵੀ ਆਪਾਂ ਨੂੰ ਪਤਾ ਜਦੋਂ ਗਰੋਸਰੀ ਸ਼ਾਪਿੰਗ ਕਰਨ ਜਾਈਦਾ ਆ, ਜਿੱਥੇ ਅੱਗੇ $100 ਲੱਗਦਾ ਸੀ ਹੁਣ 150 ਲੱਗੇ ਹੀ ਜਾਂਦਾ ਆ, ਜਿੱਦਾਂ ਮਰਜ਼ੀ ਆਪਾਂ ਸੋਚ ਲਈਏ। ਕਈ ਚੀਜ਼ਾਂ ਜਿਹੜੀਆਂ ਸਾਡੀ ਪੰਜਾਬੀ ਕਮਿਊਨਿਟੀ ਸਪੈਸ਼ਲੀ ਵਰਤਦੀ ਆ ਨਾ, ਉਹਨਾਂ 'ਤੇ ਬਹੁਤ ਹੀ ਵੱਡਾ ਅਸਰ ਪਿਆ ਆ।
या सो ਇਹ ਸਭ ਕੁਝ ਸਰੀ ਆਪ ਨਹੀਂ ਕੁਝ ਕਰ ਸਕਦੀ, ਪਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ ਵੀ ਜਿੱਥੇ ਸਰੀ ਸਿਟੀ ਕੁਝ ਕਰ ਸਕਦੀ ਆ। ਆਪਾਂ ਸੋਚੀਏ ਚਾਈਲਡ ਕੇਅਰ, ਇੱਥੇ ਆਪਾਂ ਜੇ ਹੋਰ ਪ੍ਰੋਵਿੰਸ਼ੀਅਲ ਸਰਕਾਰ ਨਾਲ ਰਲ ਮਿਲ ਕੇ ਹੋਰ ਚਾਈਲਡ ਕੇਅਰ ਲੈ ਕੇ ਆਈਏ, ਲੋਕਾਂ ਨੂੰ thousands of dollars ਦੀ ਰਿਲੀਫ ਮਿਲੂਗੀ। ਜੇ ਆਪਾਂ ਇੱਥੇ ਸਰੀ ਦੇ ਵਿੱਚ ਹਾਊਸਿੰਗ ਸਪਲਾਈ ਵਧਾ ਦਈਏ ਟੂ ਐਕਸਪੀਡਾਈਟ ਦ ਸਿਸਟਮ, ਉਹਦੇ ਨਾਲ ਘਰਾਂ ਦੀ ਪ੍ਰਾਈਸ ਵੀ ਟਿਕ ਸਕਦੀ ਆ, ਜੇ ਥੱਲੇ ਨਹੀਂ ਉਹ ਟਿਕੂਗੀ ਤਾਂ ਸਹੀ। ਸੋ ਬਹੁਤ ਸਾਰੇ ਤਰੀਕੇ ਹੁੰਦੇ ਆ ਸਰਕਾਰਾਂ ਦੇ ਹੱਥਾਂ ਦੇ ਵਿੱਚ ਜਿਹੜੇ ਉਹ ਵਰਤ ਸਕਦੇ ਆ। ਉਹ ਮੇਰੇ ਕੋਲ ਐਕਸਪੀਰੀਅੰਸ ਵੀ ਹੈਗਾ ਆ ਤੇ ਗਾਂ ਸਿੱਖਾਂਗੇ ਵੀ। ਜੀ ਬਿਲਕੁਲ। ਸੋ ਸਰੀ ਦੀਆਂ ਇਲੈਕਸ਼ਨਸ ਜਿਹੜੀਆਂ ਨੇ ਅਕਤੂਬਰ 15 ਨੂੰ ਨੇ, ਪਰ ਉਦੋਂ ਤੱਕ ਲੋਕਾਂ ਨੇ ਵੀ ਮਨ ਬਣਾਉਣਾ, ਉਹਨਾਂ ਨੇ ਪਲੇਟਫਾਰਮ ਵੀ ਦੇਖਣਾ, ਉਹਨਾਂ ਨੇ ਇਹ ਵੀ ਦੇਖਣਾ ਕਿ ਕਿਹੜਾ ਸਟਰੋਂਗ ਕੈਂਡੀਡੇਟ ਹੈਗਾ। ਤਦ ਤੱਕ ਲਈ ਤੁਹਾਡਾ ਮੈਸੇਜ ਕੀ ਹੋਊਗਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਰਿਹਾ ਹੋਵੇਗਾ, ਤੁਹਾਡੇ ਵੱਲੋਂ ਕਿਹੜੀਆਂ ਅਨਾਊਂਸਮੈਂਟਸ ਆਉਣਗੀਆਂ ਤੇ ਕੀ ਮੈਸੇਜ ਹੋਏਗਾ ਜੀ ਕਮਿਊਨਿਟੀ ਨੂੰ? ਫ੍ਰੀ ਕਮਿਟਮੈਂਟਸ ਹੈਗੀਆਂ ਆ। ਇੱਕ ਫੋਕਸ ਰਹੂਗਾ ਵੀ ਜਿਹੜਾ ਆਮ ਇਨਸਾਨ ਆ, ਜਿਹੜੇ ਸਰੀ ਵਿੱਚ ਰਹਿਣ ਵਾਲੇ ਆ, ਉਹਨਾਂ ਲਈ ਅਫੋਰਡੇਬਿਲਿਟੀ ਕਿੱਦਾਂ ਟੈਕਲ ਕੀਤੀ ਜਾਵੇ। ਦੂਸਰਾ ਹੋਊਗਾ ਫੇਅਰਨੈਸ, ਸਾਰਿਆਂ ਨੂੰ ਬਰਾਬਰ ਟਰੀਟਮੈਂਟ ਏਰੀਆਜ਼ ਦੇ ਲਈ ਤੇ ਲੋਕਾਂ ਦੇ ਲਈ ਵੀ। ਤੇ ਤੀਸਰੀ ਗੱਲ ਹੈਗੀ ਆ ਓਪਨ ਐਂਡ ਟਰਾਂਸਪੇਰੈਂਟ ਗਵਰਨਮੈਂਟ। ਬਾਕੀ ਗਾਂ ਪਲੇਟਫਾਰਮ ਹੌਲੀ ਹੌਲੀ ਸਾਰੇ ਆ ਜਾਣੇ ਆ ਬਾਹਰ, ਪਰ ਮੇਰੀ ਕਮਿਟਮੈਂਟ ਇਹ ਹੀ ਹੈਗੀ ਆ ਵੀ ਮੇਰਾ ਐਕਸਪੀਰੀਅੰਸ ਹੈਗਾ ਆ ਟੀਚਿੰਗ ਦੇ ਵਿੱਚ, ਫਿਰ ਟੀਚਰਸ ਫੈਡਰੇਸ਼ਨ ਦੇ ਵਿੱਚ, ਫਿਰ MP ਬਣ ਕੇ MLA ਬਣ ਕੇ ਕਮਿਊਨਿਟੀ ਵਿੱਚ ਕਾਫੀ ਕੰਮ ਕੀਤਾ ਆ, ਸਮਝੌਤੇ ਕੀਤੇ ਆ। ਇਹ ਜਿਹੜਾ ਐਕਸਪੀਰੀਅੰਸ ਹੁੰਦਾ ਉਹ ਸਿਟੀ ਚਲਾਉਣ ਲਈ ਬਹੁਤ ਹੀ ਜ਼ਰੂਰੀ ਹੋਣਾ ਆ। ਤਾਂ ਇਸ ਕਰਕੇ ਮੈਂ ਸਾਰਿਆਂ ਦੇ ਮੂਹਰੇ ਬੇਨਤੀ ਕਰੂੰਗੀ, ਐਨ ਧਿਆਨ ਰੱਖ ਕੇ ਆਪਣੀ ਵੋਟ ਨੂੰ ਵਰਤੋ। ਬਹੁਤ ਸਾਰੇ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ ਵੀ ਸਾਨੂੰ ਆਹ ਵੋਟ ਮਿਲੇ। ਇਸ ਵਕਤ ਮੈਂ ਆਪਣੀਆਂ ਭੈਣਾਂ ਨੂੰ ਕਹੂੰਗੀ, ਬੀਬੀਆਂ ਨੂੰ ਕਹੂੰਗੀ, ਇਸ ਇਲੈਕਸ਼ਨ ਵਿੱਚ ਆਓ, ਮੋਹਰੇ ਹਿੱਸਾ ਹੋਵੋ ਤੇ ਹਿੱਸਾ ਬਣੋ ਤੇ ਆਪਣਾ ਵੀ ਮੇਰੀ ਆ ਕੇ ਮਦਦ ਵੀ ਕਰੋ ਤੇ ਨਾਲੇ ਵੋਟਾਂ ਵੀ ਪਾਵੋ। ਦੇਖੋ ਜਿੱਤਣਾ ਇੱਕ ਜਾਣੇ ਨਹੀਂ ਆ, ਪਰ ਆਪਾਂ ਸਾਰੇ ਜਿੱਤਦੇ ਆ ਜੇ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰੀਏ। ਥੈਂਕ ਯੂ ਸੋ ਮਚ ਐਂਡ ਗੁੱਡ ਲੱਕ। ਥੈਂਕ ਯੂ ਜੀ। ਸਰੀ ਦੇ ਵਿੱਚ ਚੋਣਾਂ 15 ਅਕਤੂਬਰ ਨੂੰ ਨੇ ਤੇ ਉਸ ਦਿਨ ਤੁਸੀਂ ਵੀ ਘਰੋਂ ਨਿਕਲਿਓ, ਵੋਟਾਂ ਪਾਇਓ ਤੇ ਟਾਈਮ ਇਨਫ ਹੈਗਾ। ਤੁਸੀਂ ਆਪਣਾ ਹੋਮਵਰਕ ਕਰ ਸਕਦੇ ਆ, ਦੇਖ ਸਕਦੇ ਆ ਕਿ ਕਿਹੜਾ ਕੈਂਡੀਡੇਟ ਬੈਟਰ ਹੈਗਾ ਆ। ਇੱਕ ਦੂਜੇ ਨੂੰ ਪੁੱਛ ਕੇ ਇੱਕ ਦੂਜੇ ਨੂੰ ਫੇਰ ਵੋਟ ਜਿਹੜੀ ਉਹ ਪਾਈ ਜਾ ਸਕਦੀ ਹੈ। ਇੱਕ ਦੂਜੇ ਦੇ ਮਗਰ ਲੱਗ ਕੇ ਵੋਟ ਨਾ ਪਾਇਓ, ਕਿਉਂਕਿ ਇਹ ਸਰੀ ਦਾ ਤੇ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਦਮਦਾਰ ਹੋ ਕੇ ਅੱਗੇ ਆਉਂਦੀ ਹੈ, ਕਿਹੜੀ ਪਾਰਟੀ ਦਾ ਪਲੇਟਫਾਰਮ ਜਿਹੜਾ ਮਜ਼ਬੂਤ ਹੈ। ਪਰ ਅੱਜ ਅਸੀਂ ਸੁਣਿਆ ਸੁਖ ਧਾਲੀਵਾਲ ਤੇ ਜਿਨੀ ਸਿਮਸ ਦੋਨੇ ਚਾਹੁੰਦੇ ਆ ਕਿ ਸਰੀ ਅੱਗੇ ਵਧੇ, ਇੱਕ ਯੂਨਾਈਟਿਡ ਸਰੀ ਤੇ ਇੱਕ ਸਰੀ ਫਾਰਵਰਡ, ਇਹ ਟਾਈਟਲ ਲੈ ਕੇ ਅੱਗੇ ਚੱਲ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਹੋਊਗੀ, ਜੋ ਵੀ ਇਨਫੋਰਮੇਸ਼ਨ ਹੋਊਗੀ, ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।